ਅੱਜ ਦੀ ਅਸਾਈਨਮੈਂਟ 144 ਪੰਜਾਬ ਅਚੀਵਮੈਂਟ ਸਰਵੇ PAS ਦੇ ਨਾਲ ਇੱਕ OMR ਸ਼ੀਟ ਦਿੱਤੀ ਗਈ ਹੈ। ਇਹ ਜਿਹੜੇ ਸਵਾਲ ਨੇ, ਸਵਾਲ ਨੰਬਰ 1 ਤੋਂ ਲੈ ਕੇ ਤੁਹਾਡੇ ਕੋਲ 9 ਸਵਾਲ ਦਿੱਤੇ ਗਏ ਨੇ। ਇਹਨਾਂ ਦੇ ਜੋ ਵੀ ਆਨਸਰ ਤੁਹਾਡੇ ਕੋਲ ਆਉਣਗੇ ਉਹਨਾਂ ਨੂੰ ਅਸੀਂ ਨੇ ਜਿਹੜੀ ਇਹ OMR ਸ਼ੀਟ ਹੈ ਉਸ ਦੇ ਵਿੱਚ ਭਰ ਕੇ ਭੇਜਣਾ। ਜਿਸ ਤਰੀਕੇ ਦੇ ਨਾਲ ਕਿ ਪਹਿਲਾ ਹੈ ਤੁਹਾਡੀ ਸਟੂਡੈਂਟ ID ਜੋ ਵੀ ਤੁਹਾਡੀ ਹੈ ਉਹ ਆਪਣੀ ਤੁਸੀਂ ਕਾਪੀ 'ਤੇ ਨੋਟ ਕਰਨੀ ਹੈ। ਸੇਮ ਇਸੇ ਤਰੀਕੇ ਦੇ ਨਾਲ OMR ਸ਼ੀਟ ਤੁਸੀਂ ਬਣਾ ਲੈਣੀ ਹੈ ਕਾਪੀ ਦੇ ਉੱਤੇ ਅਗਲੇ ਪੰਨੇ 'ਤੇ। ਕੁਐਸਚਨ ਨੰਬਰ ਪਹਿਲਾ ABCD ਦੇ ਵਿੱਚੋਂ ਜਿਹੜਾ ਵੀ ਤੁਹਾਡਾ ਰਾਈਟ ਆਨਸਰ ਹੈਗਾ, ਜਿਵੇਂ ਕਿ ਆਪਾਂ ਨੂੰ ਪਤਾ ਕਿ ਸਾਡੇ ਕੁਐਸਚਨ ਨੰਬਰ ਜਿਹੜਾ ਫਸਟ ਹੈਗਾ ਉਸ ਦਾ D ਆਨਸਰ ਸਹੀ ਹੈ, ਅਤੇ ਤਾਂ ਅਸੀਂ ਇਸ ਦਾ ਮਤਲਬ ਕਿ ਇੱਥੇ ਜਿਹੜਾ D ਆਨਸਰ ਹੈਗਾ ਉਹ ਲਗਾਵਾਂਗੇ ਅਤੇ ਇਸ ਨੂੰ ਜਿਹੜਾ ਹੈਗਾ ਆਪਾਂ ਨੇ ਪੂਰੀ ਤਰੀਕੇ ਦੇ ਨਾਲ ਭਰ ਦੇਣਾ ਹੈ, ਇਸ ਤਰੀਕੇ ਦੇ ਨਾਲ ਕਿ ਕੋਈ ਵੀ ਇਹਦੇ ਵਿੱਚੋਂ ਜਗ੍ਹਾ ਨਾ ਬਚਦੀ ਹੋਵੇ, ਅਤੇ ਪੂਰੀ ਤਰੀਕੇ ਨਾਲ ਫਿਲ ਕਰਦੇ ਹੋਏ ਤੁਸੀਂ ਇਹਦਾ ਆਨਸਰ ਜਿਹੜਾ ਹੈਗਾ ਉਹ ਮਾਰਕ ਕਰਨਾ। ਸੋ ਇਹ ਤੁਸੀਂ ਪੈਨਸਲ ਦੇ ਨਾਲ ਕਰ ਸਕਦੇ ਹੋ, ਠੀਕ ਹੈ। ਅਤੇ OMR ਸ਼ੀਟ ਦੇ ਵਿੱਚ ਜਿਹੜੇ ਆਨਸਰਸ ਹੈ ਉਹ ਭਰ ਕੇ ਮੈਨੂੰ ਭੇਜਣੇ ਨੇ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਆਪਣੇ ਕੋਲ ਜਿਹੜਾ ਆਨਸਰ ਹੈਗਾ ਉਹ D ਅਸੀਂ ਲਗਾਇਆ ਇਸ ਦੇ ਵਿੱਚ, ਠੀਕ ਹੈ। ਇਸ ਤਰੀਕੇ ਨਾਲ ਹੀ ਸੈਕਿੰਡ ਕੁਐਸਚਨ ਦਾ ਜਿਹੜਾ ਵੀ ਆਨਸਰ ਹੋਏਗਾ ਉਹ ਤੁਸੀਂ ਮਾਰਕ ਕਰਨਾ ਅਤੇ ਮੈਨੂੰ ਭੇਜਣਾ ਹੈ, ਚੈੱਕ ਕਰਾਉਣਾ ਹੈ। ਸੋ ਇਸ ਤਰੀਕੇ ਦੇ ਨਾਲ ਇਹ OMR ਸ਼ੀਟ ਭਰੀ ਜਾਣੀ ਹੈ, ਹਰੇਕ ਸਮ ਦੀ ਭਰੀ ਜਾਣੀ ਹੈ, ਅਤੇ ਨਾਲ ਦੀ ਨਾਲ ਇਸ ਸਵਾਲ ਨੂੰ ਕਾਪੀ ਦੇ ਉੱਤੇ ਹੱਲ ਵੀ ਕਰਨਾ। ਹੱਲ ਇਹਨਾਂ ਨੇ ਕਰਨਾ ਸਿਖਾਇਆ ਵੀ ਹੋਇਆ। ਹੱਲ ਇਹਦੇ ਵਿੱਚ ਦਿੱਤੇ ਹੋਏ ਨੇ, ਜਿਵੇਂ ਕਿ ਪਹਿਲਾ ਪ੍ਰਸ਼ਨ ਹੈ ਕਿ ਇੱਕ ਕਿਸਾਨ ਕੋਲ 49 ਸਹੀ 4/5 ਹੈਕਟੇਅਰ ਖੇਤ ਦਾ ਖੇਤਰਫਲ ਹੈ। ਉਹ ਇਸ ਨੂੰ ਆਪਣੇ ਇੱਕ ਬੇਟੇ ਅਤੇ 2 ਬੇਟੀਆਂ ਦੇ ਵਿੱਚ ਵੰਡਣਾ ਚਾਹੁੰਦਾ ਹੈ, ਅਤੇ ਹਰੇਕ ਦਾ ਹਿੱਸਾ ਕੀ ਹੋਵੇਗਾ, ਯਾਨੀ ਕਿ 3 ਜਾਣਿਆਂ ਦੇ ਵਿੱਚ ਉਸਨੇ ਵੰਡਣਾ ਇਸ ਨੂੰ, ਤਾਂ ਅਸੀਂ ਨੇ ਇਸ ਨੂੰ 3 ਦੇ ਨਾਲ ਵੰਡ ਦੇਣਾ, 3 ਭਾਗ ਕਰ ਦੇਣੀ ਹੈ, ਠੀਕ ਹੈ। ਸਾਡੇ ਕੋਲ ਕੁੱਲ ਖੇਤਰਫਲ ਜਿਹੜਾ ਹੈਗਾ ਉਹ ਹੈ 49 ਸਹੀ 4/5 ਹੈਕਟੇਅਰ। ਤਾਂ ਇਸ ਦੀਆਂ ਸਭ ਤੋਂ ਪਹਿਲਾਂ ਸਹੀਆਂ ਤੋੜਾਂਗੇ ਅਸੀਂ। 49 ਦੀ ਗੁਣਾ ਅਸੀਂ 5 ਨਾਲ ਕਰਨੀ ਹੈ, ਅਤੇ ਕਿੰਨਾ ਆ ਜਾਏਗਾ 245 ਆ ਜਾਏਗਾ। 245 ਦੇ ਵਿੱਚ ਅਸੀਂ ਨੇ ਜਿਹੜਾ ਹੈਗਾ 4 ਉੱਪਰ ਹਾਸਲ ਜਿਹੜਾ ਅੰਸ਼ ਹੈ ਉਹ ਜੋੜ ਦੇਣਾ। 245 'ਚ 4 ਜੋੜਾਂਗੇ ਤਾਂ 249 ਆ ਜਾਏਗਾ। ਹਰ ਸਾਡੇ ਕੋਲ 5 ਹੈ, ਤਾਂ 249/5 ਹੈਕਟੇਅਰ ਜਿਹੜਾ ਹੈ ਉਹ 3 ਜਾਣਿਆਂ 'ਚ ਵੰਡਣਾ ਹੈ, ਤਾਂ ਹਰੇਕ ਦਾ ਹਿੱਸਾ ਕਿੰਨਾ ਹੋ ਜਾਏਗਾ ਡਿਵਾਈਡ ਬਾਏ 3, 3 ਨਾਲ ਭਾਗ ਕਰ ਦਿਓ। ਤਾਂ ਭਾਗ ਕਰਨ ਦਾ ਤਰੀਕਾ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਭਾਗ ਤੋਂ ਪਹਿਲਾਂ ਵਾਲੀ ਰਕਮ ਹੈ 249/5 ਉਹ ਸੇਮ ਰਹਿਣ ਦਿਓ, ਅਤੇ ਭਾਗ ਤੋਂ ਬਾਅਦ ਵਾਲੀ ਰਕਮ ਨੂੰ ਉਲਟਾ ਦਿਓ। ਇਹ ਰਕਮ 3/1 ਹੈ ਤਾਂ ਉਲਟਾਵਾਂਗੇ ਤਾਂ 1/3 ਬਣਾ ਦਾਂਗੇ, ਅਤੇ ਜਿਹੜਾ ਭਾਗ ਦਾ ਨਿਸ਼ਾਨ ਹੈ ਉਹ ਗੁਣਾ ਵਿੱਚ ਬਦਲ ਜਾਏਗਾ। ਸੋ ਇਸ ਤਰੀਕੇ ਨਾਲ ਕਰਦੇ ਹੋਏ ਤਾਂ 249 ਦੀ ਭਾਗ ਕਰਨੀ ਹੈ 3 ਦੇ ਨਾਲ, ਤਾਂ ਉਹ 83 ਆ ਜਾਏਗਾ ਬਟਾ 5। 83 5 ਨਾਲ ਨਹੀਂ ਵੰਡਿਆ ਜਾਂਦਾ ਤਾਂ ਇਸ ਨੂੰ ਸਹੀਆਂ ਵਿੱਚ ਤੋੜ ਦੇਣਾ। 16 5 80, 3 ਬਾਕੀ ਬਚ ਜਾਣਗੇ, ਤਾਂ ਜਿੰਨੇ ਬਾਕੀ ਬਚ ਗਏ, ਠੀਕ ਹੈ, ਉਹਨੂੰ ਅਸੀਂ ਉੱਪਰ ਰੱਖਾਂਗੇ। ਜਿਵੇਂ 83 ਨੂੰ ਅਸੀਂ 5 ਨਾਲ ਵੰਡਿਆ, ਠੀਕ ਹੈ, ਤਾਂ 16 'ਤੇ ਚਲੇ ਗਏ, 16 5 80, ਤਾਂ 3 ਬਾਕੀ ਬਚ ਗਏ। ਤਾਂ ਜਿਹੜੇ ਬਾਕੀ ਬਚਦੇ ਨੇ ਉੱਪਰ ਅੰਸ਼ ਬਣਾਉਂਦੇ ਆ ਉਸ ਨੂੰ, ਅਤੇ 16 ਜਿਹੜਾ ਹੈ ਉਹ ਅਸੀਂ ਉਸ ਦੇ ਵਿਚਕਾਰ ਰੱਖਾਂਗੇ ਸਹੀ ਦੇ ਰੂਪ ਦੇ ਵਿੱਚ। 5 ਨਾਲ ਭਾਗ ਕੀਤੀ ਹੈ, ਉਹ ਹਰ ਹੈ, ਪਹਿਲਾਂ ਵੀ ਹਰ ਹੈ ਅਤੇ ਹੁਣ ਵੀ ਹਰ ਹੀ ਰੱਖਣਾ ਹੈ। ਸੋ ਸਾਡੇ ਕੋਲ ਆਨਸਰ ਜਿਹੜਾ ਆ ਗਿਆ ਉਹ ਹੈ 16 ਸਹੀ 3/5, ਜੋ ਕਿ D ਪਾਰਟ ਆਨਸਰ ਹੈ। ਸੋ D ਪਾਰਟ ਆਨਸਰ ਹੈ, ਤਾਂ ਆਨਸਰ ਤੁਸੀਂ D ਪਾਰਟ ਲਿਖਣਾ ਹੈ ਅਤੇ OMR ਸ਼ੀਟ ਦੇ ਉੱਪਰ ਭਰਨਾ ਹੈ ਅਤੇ ਭਰ ਕੇ ਭੇਜਣਾ ਹੈ। ਆਹ ਦੇਖੋ ਤੁਹਾਨੂੰ ਸਾਫ਼ ਤੌਰ 'ਤੇ ਲਿਖਿਆ ਹੋਇਆ ਕਿ OMR ਸ਼ੀਟ ਵਿੱਚ ਭਰੇ ਜਾਣ। ਸੋ ਇਸ ਤਰੀਕੇ ਨਾਲ ਜਿਹੜਾ ਪਹਿਲਾ ਸਵਾਲ ਹੈ ਉਹ ਹੱਲ ਹੋਇਆ, ਅਤੇ ਇਸੇ ਤਰੀਕੇ ਨਾਲ ਅਸੀਂ ਦੂਸਰਾ ਸਵਾਲ ਜਿਹੜਾ ਹੈਗਾ ਉਹ ਹੱਲ ਕਰਾਂਗੇ। ਕਿਸੇ ਪੂਰਨ ਸੰਖਿਆ ਦੇ 3 ਗੁਣਾ ਦੇ ਵਿੱਚ 15 ਜਮ੍ਹਾਂ ਕਰਨ 'ਤੇ 93 ਪ੍ਰਾਪਤ ਹੁੰਦਾ ਹੈ। ਚਲੋ ਜੀ ਦੇਖਦੇ ਹਾਂ ਕਿਸ ਤਰੀਕੇ ਨਾਲ ਹੋਣਾ ਇਹ। ਤਾਂ ਅਸੀਂ ਸਭ ਤੋਂ ਪਹਿਲਾਂ ਮੰਨ ਲਓ ਕਿ ਸੰਖਿਆ ਜਿਹੜੀ ਹੈਗੀ ਆ ਉਹ
x है। प्रश्न के अनुसार 3 गुणा करना उसका, x का 3 गुणा 3x हो जाएगा। वो 15 जोड़न के है प्लस 15, तो किस के बराबर है? 93 के बराबर है। तो 3x प्लस 15 93 के बराबर है। उत्थों x का मुल पता करांगे तो 15 जो है दूजी तरफ शिफ्ट कर देंगे, इस तरफ शिफ्ट करांगे तो 15 इधर आके माइनस हो जाएगा। आ देखो 15 इधर आके 93 के वल माइनस हो गया। सो 3x की कीमत जी है 78 आ गई है। हुण इत्थों असी ने x की कीमत जी पता करनी है, तो 3 जोड़ा है इधरों हटावांगे तो दूजी तरफ लैके जावांगे। जो 3x के नाल गुणा है तो दूजी तरफ जाके वो भाग हो जाएगा। तो 78 ਨੂੰ 3 ਨਾਲ भाग करांगे तो 26 ਤੁਹਾਡਾ आंसर हो जाएगा। 26 आंसर ਕਿਹੜਾ है? ये पार्ट ਤੁਹਾਡਾ सही आंसर है। तो ये ਜਿਹੜਾ है पार्ट ਤੁਸੀਂ ਉਹ मार्कशीट ਦੇ ਵਿੱਚ ਭਰਨਾ है। सो इस तरीके नाल ਜਿਹੜਾ है सवाल करते जाने ने ते आंसर ਜਿਹੜੇ ਹੈਗੇ ਨੇ ਉਹ नोट करते जाना है OMR शीट ਤੇ। सवाल नंबर तीसरा है कि n भुजावां वाले बहुभुज ਵਿੱਚ विकर्णां ਦੀ गिनती कितनी होएगी? ये एक साडे कोल फॉर्मूला है, तो वो वास्ते जो फार्मूला नोट कर लो, याद रखना है कि यदा जो सही आंसर है वो ये है n गुणा n-3/2। एक उदाहरण है कि मान लो जिमें 6 भुज है, 6 भुज में विकर्णां की गिनती पता करनी है, तो किवें पता करांगे? तो साडे को फार्मूले दे विच आपां n की जगह ते कितना भरना 6, तो n-3 का मतलब 6-3 हो गया, बटा 2 है तो बटा 2 लगाना है। तो ये साडे को फार्मूला हो गया। तो 6 गुणा 6 चो 3 घटाइए 3 बच गए, भाग करनी 2 नाल, 6 तीए 18, 18 ਨੂੰ 2 ਨਾਲ भाग कर दिओ, कितना आंसर आ गया? 9 आंसर आ गया। एक उदाहरण है कि जे 6 भुज है तो उसके 9 विकर्ण होंगे। सलीम ने किया सी ये सवाल, ये जी है अपने जोड़ा गणित मेला होया सीगा ਉਹਦੇ ਵਿੱਚ ਕੀਤਾ ਸੀਗਾ, ਭੁਪਿੰਦਰ ਵੀ ਇਹਦੇ ਨਾਲ ਸੀ। ठीक है, तो सलीम ਨੂੰ ਇਹ याद होना कि उसके 6 भुज ਦੇ ਵਿੱਚ ਜਿਹੜੇ ਵਿਕਰਨਾਂ ਦੀ ਗਿਣਤੀ ਪਤਾ ਕੀਤੀ ਸੀਗੀ, ਉਹ ਸਾਡੇ ਕੋਲ ਪ੍ਰੈਕਟੀਕਲ ਮੈਥਡ ਸੀਗਾ, ਇਹ ਸਾਡੇ ਕੋਲ ਥਿਓਰੈਟੀਕਲ ਮੈਥਡ ਹੈ। ਤਾਂ ਇਸ ਵਿੱਚ ਥਿਓਰੈਟੀਕਲ ਮੈਥਡ ਦੇ ਰਾਹੀਂ ਯਾਨੀ ਕਿ ਇਹ ਫਾਰਮੂਲਾ ਮੈਥਡ ਦੇ ਰਾਹੀਂ ਜਿਹੜਾ ਹੈਗਾ ਜਿਹੜਾ ਆਨਸਰ ਹੈਗਾ ਵਿਕਰਨਾਂ ਦੀ ਜਿਹੜੀ ਗਿਣਤੀ ਹੈ ਉਹ 9 ਹੀ ਆਈ। ਠੀਕ ਹੈ, ਤਾਂ ਪ੍ਰੈਕਟੀਕਲ ਵੇ ਦੇ ਵਿੱਚ ਵੀ ਇਹ 9 ਹੀ ਆਈ ਸੀ। इस तरीके दे नाल इहदा आंसर जिहड़ा सी है, तो तीजे का आंसर सी भरना OMR शीट दे विच। सवाल नंबर चौथा, एक पासे नूं एक वार उछालन ते 9 के गुणज प्राप्त करने की संभावना पता करनी है। लो जी, 2 के गुणज देखने ने, एक पासे नूं उछालना है, पासे दे विच जिहड़ा तुसीं देखिआ ही है पासा, तो जिन्हों आपां डाइस कहते हैं, तो डाइस दे विच 1 तो लैके 6 तक बिंदु हुंदे ने जां अंक हुंदे ने। ਆਪਾਂ ने देखने है 2 के गुणज, 2 के गुणज की संभावना की है वो देखनी है। 2 के गुणज किहड़े-किहड़े हो गए? 2 4 6, 2 एकम 2, 2 दूनी 4, 2 तीए 6, तो ये 3 ने। ठीक है, तो एक नहीं हैगा गुणज 2 का, 3 नहीं हैगा, 5 नहीं हैगा, तो इस करके वो नहीं लिखने हैं, वो कुल परिणाम च लिखांगे। तो कुल परिणाम कितने होंदे ने? 6 होंदे ने, 1 2 3 4, 5वें फेस ते 5 बिंदु तो 6वें फलक ते 6 बिंदु होंदे ने, ये सानू पता है जां अंक लिखिया हुंदा है। तो पासा उछालन दे कुल अंक जिहड़ा हैगा वो 6 ने, तो अनुकूल परिणाम जिहड़े है 3 ने। ठीक है, तो संभावना की हुंदी है अनुकूल परिणाम बटा कुल परिणाम। अनुकूल 3 ने तो कुल जिहड़े हैगे ने 6 ने, तो 3 बटा 6 कितना हो गया? 1 बटा 2 के बराबर हो गया। सो आंसर जिहड़ा हैगा इसका आंसर है सी पार्ट। ठीक है, 1 बटा 2, तो आंसर जिहड़ा है 1 बटा 2 है। ये आंसर जिहड़ा है तुसीं ने OMR शीट के उत्ते भर देना कि चौथे का आंसर सी है, तो सी नूं रंग देना है जी। सवाल नंबर 5वें दे विच देखो कि 3 अंकां की संख्या ABC का प्रसारित रूप कितना होएगा। बहुत वधिया सवाल है। प्रसारित रूप दे विच पहली बार इस तरीके का सवाल जिहड़ा है वो अपने कोल आया। ये बहुत इंपॉर्टेंट सम है, ये तुसी नोट करो इस गल नूं कि अगर 3 अंकां वाली संख्या है तो उहदे बाद तरीका की होएगा? ये सी जिहड़ा है इकाई दा अंक है, तो इनू 1 नाल गुणा। ठीक है जी, B दहाई दा अंक है, इनू 10 नाल गुणा। A सैकड़े दा अंक है, तो इनू 100 दे नाल गुणा। तो ये जिहड़ा 100 नाल गुणा है सिर्फ B पार्ट दे विच 100 की ही कीता होया,
ਹੋਰ ਕਿਸੇ ਦੇ ਵਿੱਚ ਨਹੀਂ ਕੀਤਾ। ਸੋ ਇਸ ਕਰਕੇ ਸੈਂਕੜੇ ਨੂੰ 100 ਨਾਲ, ਇਹ ਯਾਦ ਰੱਖਣਾ, ਸੈਂਕੜੇ ਨੂੰ 100 ਨਾਲ, ਦਹਾਈ ਵਾਲੇ ਅੰਕ ਨੂੰ 10 ਨਾਲ ਅਤੇ ਇਕਾਈ ਵਾਲੇ ਅੰਕ ਨੂੰ 1 ਨਾਲ ਗੁਣਾ ਕਰਕੇ, 1 ਨਾਲ ਗੁਣਾ ਕਰੋਗੇ ਤਾਂ ਸੀ ਹੀ ਆ ਜਾਏਗਾ, ਤਾਂ ਸੀ ਨੂੰ 1 ਨਾਲ ਕਰਾਂਗੇ ਤਾਂ ਸੀ ਆਏਗਾ। ਇਸ ਕਰਕੇ ਆਂਸਰ ਜਿਹੜਾ ਬੀ ਹੈ ਉਹ ਰਾਈਟ ਆਂਸਰ ਹੈ। ਇਹ ਯਾਦ ਰੱਖਣਾ ਕਿ ਪ੍ਰਸਾਰਿਤ ਰੂਪ 'ਚ ਲਿਖਦੇ ਹੋਏ ਇਕਾਈ ਦੇ ਅੰਕ ਨੂੰ 1 ਨਾਲ ਗੁਣਾ, ਦਹਾਈ ਨੂੰ 10 ਨਾਲ ਅਤੇ ਸੈਂਕੜੇ ਵਾਲੇ ਅੰਕ ਨੂੰ 100 ਨਾਲ। ਅਗਰ ਹਜ਼ਾਰਵਾਂ ਅੰਕ ਵੀ ਹੁੰਦਾ ਤਾਂ ਇਹਦੇ 'ਚ ਹਜ਼ਾਰ ਨਾਲ ਗੁਣਾ ਕੀਤੀ ਹੋਣੀ ਚਾਹੀਦੀ ਸੀਗੀ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਨਿਯਮ ਹੁੰਦਾ, ਇਹ ਨਿਯਮ ਦੇ ਮੁਤਾਬਕ ਸਾਡੇ ਕੋਲ ਬੀ ਪਾਰਟ ਜਿਹੜਾ ਹੈ ਸਹੀ ਆਂਸਰ ਆਉਂਦਾ। ਇਹਨੂੰ OMR ਸ਼ੀਟ ਦੇ ਵਿੱਚ ਭਰ ਦਿਓ। ਉਸ ਤੋਂ ਬਾਅਦ ਸਮ ਨੰਬਰ 6, ਦਿੱਤੇ ਗਏ ਚਿੱਤਰ ਦੇ ਵਿੱਚ ਵਰਗਾਂ ਦੀ ਗਿਣਤੀ ਪਤਾ ਕਰਨੀ ਹੈ। ਵਰਗਾਂ ਦੀ ਗਿਣਤੀ ਕਰਕੇ ਰੇਖਾ ਅੰਕਿਤ ਦਾ ਹਿੱਸੇ ਦਾ ਖੇਤਰਫਲ ਵੀ ਕੱਢਣਾ ਹੈ। ਇਹ ਆਪਾਂ ਨੇ ਆਪਣੀ 7th ਕਲਾਸ ਦੇ ਵਿੱਚ ਵੀ ਕੀਤਾ ਸੀਗਾ, ਠੀਕ ਹੈ। ਇਹਦੇ ਵਿੱਚ ਜਿਹੜੇ ਪੂਰਨ ਵਰਗ ਨੇ, ਪੂਰਨ ਵਰਗਾਂ ਦੀ ਸੰਖਿਆ ਕਿੰਨੀ ਹੈ? 1 2 3 4 5। ਪੂਰੇ ਵਰਗਾਂ ਦੀ ਗਿਣਤੀ 5 ਹੈ ਅਤੇ ਇਸ ਦਾ ਖੇਤਰਫਲ ਵੀ 5 ਵਰਗ ਇਕਾਈਆਂ ਹੋਏਗਾ, ਤਾਂ ਆਂਸਰ ਆ ਗਿਆ ਸੀ। ਬੜਾ ਸੌਖਾ ਸਮ ਸੀਗਾ। ਉਸ ਤੋਂ ਬਾਅਦ ਹੈ 7ਵਾਂ ਸਮ। 7ਵੇਂ ਸਮ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ? ਇਹਦੇ ਵਿੱਚ ਲਿਖਿਆ ਗਿਆ ਕਿ A ਦੀ ਕੀਮਤ 3 ਹੈ ਅਤੇ B ਦੀ ਕੀਮਤ ਸਾਡੇ ਕੋਲ 2 ਹੈ। A ਦੀ ਕੀਮਤ 3 ਹੈ, B ਦੀ ਕੀਮਤ ਸਾਡੇ ਕੋਲ 2 ਹੈ ਅਤੇ ਇਹ ਇੱਕ ਸਮੀਕਰਨ ਦਿੱਤੀ ਹੋਈ ਹੈ। ਇਹਦੇ ਵਿੱਚ A ਅਤੇ B ਦੀ ਕੀਮਤਾਂ ਭਰਨੀਆਂ ਨੇ ਆਪਾਂ ਨੇ ਅਤੇ ਆਂਸਰ ਜਿਹੜਾ ਹੈ ਉਹ ਦੱਸਣਾ ਹੈ। ਅਤੇ ਇਹਦੇ ਵਿੱਚ A ਦੀ ਕੀਮਤ ਸਾਡੇ ਕੋਲ 3 ਹੈ, ਤਾਂ ਅਸੀਂ ਇੱਥੇ 3 ਭਰ ਦਾਂਗੇ ਜਿੱਥੇ ਸਾਡੇ ਕੋਲ A ਹੈ। ਉੱਪਰ ਘਾਤ ਜਿਹੜੀ ਹੈਗੀ ਹੈ B ਹੈ, ਤਾਂ B ਜਿਹੜਾ ਹੈ ਉਹ ਸਾਡੇ ਕੋਲ 2 ਭਰਨਾ ਅਸੀਂ ਨੇ, ਤਾਂ ਇਹਦੀ ਘਾਤ 2 ਲਿਖ ਦਿਓ। ਫਿਰ ਹੈ B ਦੀ ਘਾਤ A, ਜਾਣੀ ਕਿ 2 ਦੀ ਘਾਤ 3। ਫਿਰ ਹੈ A ਗੁਣਾ B, A ਹੈ 3, B ਹੈ 2, ਤਾਂ ਸਾਡੇ ਕੋਲ 3 ਗੁਣਾ 2 ਆ ਗਿਆ। 3 ਦਾ ਸਕੁਅਰ ਆ ਗਿਆ 9, 2 ਦਾ ਸਕੁਅਰ ਹੋ ਗਿਆ 8 ਅਤੇ 3 ਗੁਣਾ 2 6 ਹੋ ਗਿਆ। ਠੀਕ ਹੈ ਜੀ। 8 ਅਤੇ 6 14, 14 ਅਤੇ 9 23, ਅਤੇ ਆਂਸਰ ਕਿੰਨਾ ਆ ਜਾਏਗਾ? 23। ਤਾਂ 23 ਇਸ ਦਾ ਰਾਈਟ ਆਂਸਰ ਹੈਗਾ। A ਪਾਰਟ ਇਸ ਦਾ ਸਹੀ ਆਂਸਰ ਹੈ। OMR ਸ਼ੀਟ ਦੇ ਵਿੱਚ A ਨੂੰ ਆਪਾਂ ਨੇ ਕਲਰ ਕਰ ਦੇਣਾ ਹੈ। ਉਸ ਤੋਂ ਬਾਅਦ ਇੱਕ ਸਾਡੇ ਕੋਲ ਸਮ ਹੈ। ਮੰਨ ਲਓ ਕਿ ਮੂਲਧਨ P ਦੀ ਦਰ R% ਅਤੇ ਸਮਾਂ T ਸਾਲ ਹੈ ਅਤੇ ਸਧਾਰਨ ਵਿਆਜ S ਹੈ ਅਤੇ ਮਿਸ਼ਰਤ ਵਿਆਜ C ਹੈ। ਸੰਭਾਵਨਾ ਪਤਾ ਕਰਨੀ ਹੈ ਕਿ C S ਤੋਂ ਵੱਡਾ ਹੋਏਗਾ, ਕਿ ਜਿਹੜਾ ਮਿਸ਼ਰਤ ਵਿਆਜ ਉਹ ਵੱਡਾ ਹੋਏਗਾ ਸਧਾਰਨ ਤੋਂ, ਜਾਂ ਮਿਸ਼ਰਤ ਵਿਆਜ ਬਰਾਬਰ ਹੋਊਗਾ ਸਧਾਰਨ ਦੇ, ਜਾਂ ਮਿਸ਼ਰਤ ਵਿਆਜ ਘੱਟ ਹੋਊਗਾ। ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਸਹੀ ਹੈ ਉਹ ਦੱਸਣਾ ਹੈ। ਪਹਿਲਾ ਪਾਰਟ ਸਹੀ ਹੈ, ਇਹ ਆਪਸ਼ਨ ਹੈਗੀ ਹੈ ਕੇਵਲ C। ਜਿਹੜਾ ਪਹਿਲਾ ਭਾਗ ਹੈ ਉਹ ਸਹੀ ਹੈ, ਮਤਲਬ ਕਿ ਜਿਹੜਾ C ਹੈ ਉਹ ਵੱਡਾ ਹੁੰਦਾ ਹੈ ਹਮੇਸ਼ਾ ਹੀ S ਤੋਂ। ਦੂਜਾ ਹੈ ਕਿ ਪਹਿਲਾ ਅਤੇ ਦੂਜਾ ਦੋਨੋਂ ਸਹੀ ਨੇ। ਪਹਿਲਾ ਇਹ ਵਾਲਾ ਪਾਰਟ, ਇਹ ਵਾਲਾ ਪਾਰਟ ਕਹਿੰਦਾ ਵੀ ਬਰਾਬਰ ਵੀ ਹੋ ਸਕਦਾ ਅਤੇ ਵੱਡਾ ਵੀ ਹੋ ਸਕਦਾ ਹੈ। C ਪਾਰਟ ਕਹਿੰਦਾ ਦੂਜਾ ਅਤੇ ਤੀਜਾ, ਜਾਣੀ ਕਿ ਬਰਾਬਰ ਵੀ ਹੋ ਸਕਦਾ ਅਤੇ C S ਤੋਂ ਛੋਟਾ ਵੀ ਹੋ ਸਕਦਾ ਹੈ। ਠੀਕ ਹੈ। ਅਤੇ ਚੌਥਾ ਆਪਸ਼ਨ ਹੈਗੀ ਆ ਕਿ ਕੇਵਲ ਜਿਹੜਾ ਥਰਡ ਪਾਰਟ ਹੈ ਉਹ ਸਹੀ ਹੈ, ਯਾਨੀ ਕਿ C ਹਮੇਸ਼ਾ ਜਿਹੜਾ ਹੈ ਉਹ ਸਧਾਰਨ ਵਿਆਜ ਤੋਂ ਘੱਟ ਹੁੰਦਾ। ਨਹੀਂ, ਗਲਤ ਹੈ ਇਹ। ਠੀਕ ਹੈ। ਮਿਸ਼ਰਤ ਵਿਆਜ ਹਮੇਸ਼ਾ ਹੀ ਵੱਡਾ ਹੁੰਦਾ ਹੈ। ਠੀਕ ਹੈ। ਅਤੇ ਇਹਦੇ ਇਸ ਕਰਕੇ ਪਹਿਲਾ ਪਾਰਟ ਹੀ ਸਹੀ ਹੈ ਕਿ ਕੇਵਲ ਇੱਕ ਹੀ ਸਹੀ ਹੈ, ਯਾਨੀ ਕਿ ਮਿਸ਼ਰਤ ਵਿਆਜ ਹਮੇਸ਼ਾ ਹੀ ਸਧਾਰਨ ਵਿਆਜ ਤੋਂ ਵੱਧ ਹੁੰਦਾ ਹੈ। ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਤੁਸੀਂ ਸਮਝ ਗਏ ਕਿ ਜਿਹੜਾ ਹੈ ਇਸ ਦਾ ਪਹਿਲਾ ਇਹ ਆਂਸਰ ਸਹੀ ਹੈ, ਇਹਨੂੰ ਮਾਰਕ ਕਰਨਾ ਹੈ OMR ਸ਼ੀਟ 'ਤੇ। ਆਖਰੀ ਕੁਐਸਚਨ 9ਵਾਂ ਕੁਐਸਚਨ, ਇਹਦੇ ਵਿੱਚ ਕੀ ਲਿਖਿਆ? ਕਹਿੰਦਾ 2500 500 ਤੋਂ ਕਿੰਨੇ ਪ੍ਰਤੀਸ਼ਤ ਵੱਡਾ ਹੈ? ਤਾਂ ਵੱਡਾ ਕਿੰਨਾ ਪਹਿਲਾਂ ਤਾਂ ਇਹ ਦੇਖ ਲਓ। ਵੱਡਾ ਕਿਵੇਂ ਪਤਾ ਕਰਾਂਗੇ? ਅੰਤਰ ਕੱਢ ਕੇ। 2500 'ਚ 500 ਘਟਾਵਾਂਗੇ ਤਾਂ 2000 ਬਚ ਗਿਆ। ਅੰਤਰ ਪ੍ਰਤੀਸ਼ਤ ਕਿੰਨਾ ਆ ਗਿਆ? 2000 ਬਟਾ 500, ਕਿਉਂਕਿ 500 ਤੋਂ ਵੱਡਾ ਪਤਾ ਕਰਨਾ, ਇਸ ਕਰਕੇ ਬਟਾ 500 ਗੁਣਾ 100। ਤਾਂ 2000 ਨੂੰ 100 ਨਾਲ ਗੁਣਾ ਕਰ ਦਾਂਗੇ ਅਤੇ 500 ਨਾਲ ਭਾਗ ਕਰਨੀ ਹੈ, ਤਾਂ 2 0 2 0 ਪਹਿਲਾਂ ਹੀ ਕੈਂਸਲ ਕਰ ਦਿਓ। ਆਹ ਦੇਖੋ 2 0 ਨਾਲ 2 0 ਕੈਂਸਲ ਹੋ ਜਾਣਗੀਆਂ 100 ਦੀਆਂ।
ਤੇ 2000 ਨੂੰ 5 ਨਾਲ ਭਾਗ ਕਰਾਂਗੇ ਤਾਂ 400 ਆ ਜਾਏਗਾ। ਤਾਂ 400% ਜਿਹੜਾ ਹੈਗਾ ਉਹ ਵੱਡਾ ਹੈ 2500 500 ਤੋਂ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹਦਾ ਆਨਸਰ ਹੈਗਾ ਉਹ ਬੀ ਪਾਰਟ ਆਨਸਰ ਹੈ। ਇਸ ਨੂੰ OMR ਸ਼ੀਟ 'ਤੇ ਭਰੋ ਅਤੇ ਮੈਨੂੰ ਚੈੱਕ ਕਰਵਾਓ। ਵੈਰੀ ਗੁੱਡ ਬੇਟੇ।